प्यारे विद्यार्थियों, साइंस सोल्यूशन चैनल ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਸਤਨਾਮ ਸਿੰਘ। ਮੈਂ ਗਵਰਨਮੈਂਟ ਹਾਈ ਸਕੂਲ ਸੈਦਪੁਰ ਕਲਾਂ ਵਿਖੇ ਸਾਇੰਸ ਦਾ ਅਧਿਆਪਕ ਹਾਂ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਲੈਕਟ੍ਰਿਸਿਟੀ ਭਾਵ ਬਿਜਲੀ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਬਿਜਲੀ ਭਾਵ ਇਲੈਕਟ੍ਰਿਸਿਟੀ ਤੋਂ ਭਾਵ ਚਾਰਜਾਂ, ਚਾਹੇ ਉਹ ਸਥਿਰ ਹੋਣ ਔਰ ਚਾਹੇ ਉਹ ਵਗਦੇ ਹੋਣ, ਉਹਨਾਂ ਦੇ ਅਧਿਐਨ ਤੋਂ ਹੈ। ਜਿਵੇਂ ਕਿ ਪਿਆਰੇ ਬੱਚਿਓ, ਤੁਹਾਨੂੰ ਪਤਾ ਹੀ ਹੈ ਕਿ ਚਾਰਜ ਦੋ ਕਿਸਮ ਦੇ ਹੁੰਦੇ ਹਨ। ਧਨ ਚਾਰਜ ਭਾਵ ਪ੍ਰੋਟੋਨ ਅਤੇ ਰਿਣ ਚਾਰਜ ਜਿਨ੍ਹਾਂ ਨੂੰ ਇਲੈਕਟ੍ਰੋਨ ਵੀ ਕਿਹਾ ਜਾਂਦਾ ਹੈ। ਪ੍ਰੋਟੋਨ ਉੱਤੇ ਚਾਰਜ 1.6 × 10⁻⁻19 ਕੂਲਮ ਹੁੰਦਾ ਹੈ, ਜਦਕਿ ਇਲੈਕਟ੍ਰੋਨ 'ਤੇ ਚਾਰਜ ਪ੍ਰੋਟੋਨ ਜਿੰਨਾ ਹੀ ਹੁੰਦਾ ਹੈ, ਪਰ ਇਸ ਦੇ ਉੱਪਰ ਨੈਗੇਟਿਵ ਦਾ ਸਾਈਨ ਲਗਾ ਦਿੱਤਾ ਜਾਂਦਾ ਹੈ। ਭਾਵ ਇਲੈਕਟ੍ਰੋਨ ਦਾ ਚਾਰਜ -1.6 × 10⁻⁻19 ਕੂਲਮ ਹੁੰਦਾ ਹੈ। ਬਿਜਲਈ ਧਾਰਾ ਤੋਂ ਭਾਵ ਚਾਰਜਾਂ ਦੇ ਪ੍ਰਵਾਹ ਭਾਵ ਵਹਿਣ ਦੀ ਦਰ ਤੋਂ ਹੈ। ਭਾਵ I ਬਰਾਬਰ ਹੈ Q/T, ਜਿੱਥੇ Q ਚਾਰਜ ਹੈ ਅਤੇ T ਉਸ ਚਾਰਜ ਨੂੰ ਵਹਿਣ ਲਈ ਲਗਾ ਗਿਆ ਸਮਾਂ ਹੈ। ਬਿਜਲਈ ਚਾਰਜ ਦੀ SI ਇਕਾਈ ਕੂਲਮ ਹੈ ਅਤੇ ਬਿਜਲਈ ਧਾਰਾ ਦੀ SI ਇਕਾਈ ਐਂਪੀਅਰ ਹੈ। ਸਮੇਂ ਦੀ SI ਇਕਾਈ ਸੈਕਿੰਡ ਹੈ। 1 ਐਂਪੀਅਰ 1 ਕੂਲਮ ਬਟਾ 1 ਸੈਕਿੰਡ ਹੁੰਦਾ ਹੈ। ਭਾਵ 1 ਐਂਪੀਅਰ ਬਿਜਲਈ ਧਾਰਾ ਤੋਂ ਭਾਵ ਜਦੋਂ ਕਿਸੇ ਚਾਲਕ ਵਿੱਚੋਂ 1 ਸੈਕਿੰਡ ਵਿੱਚ 1 ਕੂਲਮ ਚਾਰਜ ਪ੍ਰਵਾਹ ਹੋ ਜਾਂਦਾ ਹੈ ਤਾਂ ਬਿਜਲਈ ਧਾਰਾ ਦੀ ਇਕਾਈ 1 ਐਂਪੀਅਰ ਹੋ ਜਾਂਦੀ ਹੈ। ਇਸ ਦੀਆਂ ਹੋਰ ਇਕਾਈਆਂ ਹਨ 1 ਮਿਲੀ ਐਂਪੀਅਰ ਭਾਵ 10⁻³ ਐਂਪੀਅਰ, 1 ਮਾਈਕਰੋਨ ਐਂਪੀਅਰ ਭਾਵ 10⁻⁻6 ਐਂਪੀਅਰ। ਪਰੰਪਰਾ ਅਨੁਸਾਰ ਕਿਸੇ ਬਿਜਲਈ ਸਰਕਟ ਵਿੱਚ ਇਲੈਕਟ੍ਰੋਨ ਦੇ ਪ੍ਰਵਾਹ ਦੀ ਦਿਸ਼ਾ ਦੇ ਉਲਟ ਦਿਸ਼ਾ ਨੂੰ ਬਿਜਲੀ ਦੀ ਧਾਰਾ ਦੀ ਦਿਸ਼ਾ ਮੰਨਿਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਬਿਜਲਈ ਸਰਕਟ ਵਿੱਚ ਬਿਜਲੀ ਧਾਰਾ ਦਾ ਪ੍ਰਵਾਹ ਖੱਬੇ ਤੋਂ ਸੱਜੇ ਹੈ ਤਾਂ ਇਲੈਕਟ੍ਰੋਨ ਦਾ ਪ੍ਰਵਾਹ ਸੱਜੇ ਤੋਂ ਖੱਬੇ ਵੱਲ ਹੋਵੇਗਾ। ਐਮੀਟਰ ਇੱਕ ਅਜਿਹਾ ਬਿਜਲਈ ਯੰਤਰ ਹੈ ਜੋ ਬਿਜਲਈ ਧਾਰਾ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਪਿਆਰੇ ਬੱਚਿਓ, ਇਹ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਕਿ ਐਮੀਟਰ ਨੂੰ ਬਿਜਲਈ ਸਰਕਟ ਵਿੱਚ ਕਿਸ ਤਰ੍ਹਾਂ ਜੋੜਿਆ ਜਾਂਦਾ ਹੈ। ਐਮੀਟਰ ਨੂੰ ਬਿਜਲਈ ਸਰਕਟ ਵਿੱਚ ਹਮੇਸ਼ਾ ਹੀ ਲੜੀਬੱਧ ਜੋੜਿਆ ਜਾਂਦਾ ਹੈ। ਕਿਸੇ ਬਿਜਲਈ ਧਾਰਾ ਦੇ ਲਗਾਤਾਰ ਅਤੇ ਬੰਦ ਪਥ ਨੂੰ ਬਿਜਲਈ ਸਰਕਟ ਕਹਿੰਦੇ ਹਨ। ਬੰਦ ਬਿਜਲਈ ਸਰਕਟ ਵਿੱਚੋਂ ਬਿਜਲਈ ਧਾਰਾ ਲੰਘ ਸਕਦੀ ਹੈ, ਜਦੋਂ ਕਿ ਖੁੱਲ੍ਹੇ ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਨਹੀਂ ਲੰਘਦੀ। ਪੋਟੈਂਸ਼ੀਅਲ ਅੰਤਰ ਜਾਂ ਪੋਟੈਂਸ਼ੀਅਲ ਡਿਫਰੈਂਸ ਤੋਂ ਭਾਵ ਇੱਕ ਚਾਰਜ ਨੂੰ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਲਿਆਉਣ ਲਈ ਕੀਤੇ ਗਏ ਕਾਰਜ ਤੋਂ ਹੈ। ਪੋਟੈਂਸ਼ੀਅਲ ਅੰਤਰ ਦੀ SI ਇਕਾਈ ਵੋਲਟ ਹੈ, ਕੰਮ ਦੀ SI ਇਕਾਈ ਜੂਲ ਹੈ ਅਤੇ ਚਾਰਜ ਦੀ SI ਇਕਾਈ ਕੂਲਮ ਹੈ। ਤਾਂ 1 ਵੋਲਟ ਬਰਾਬਰ ਹੈ W/Q ਭਾਵ ਕਾਰਜ ਬਟਾ ਚਾਰਜ। 1 ਵੋਲਟ ਬਰਾਬਰ ਹੈ 1 ਜੂਲ ਬਟਾ 1 ਕੂਲਮ। ਭਾਵ ਪੋਟੈਂਸ਼ੀਅਲ ਅੰਤਰ ਦੀ 1 ਵੋਲਟ ਇਕਾਈ ਉਦੋਂ ਕਹੀ ਜਾਏਗੀ ਜਦੋਂ 1 ਕੂਲਮ ਚਾਰਜ ਨੂੰ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਲਿਆਉਣ ਲਈ 1 ਜੂਲ ਕਾਰਜ ਕੀਤਾ ਜਾਂਦਾ ਹੈ। ਬਿਜਲਈ ਪੋਟੈਂਸ਼ੀਅਲ ਇਕਾਈ ਬਿਜਲੀ ਚਾਰਜ ਨੂੰ ਅਨੰਤ ਤੋਂ ਬਿਜਲਈ ਖੇਤਰ ਵਿੱਚ ਲਿਆਉਣ ਲਈ ਜੋ ਊਰਜਾ ਖਰਚ ਕੀਤੀ ਜਾਂਦੀ ਹੈ, ਜੋ ਕਾਰਜ ਕੀਤਾ ਜਾਂਦਾ ਹੈ, ਉਸ ਨੂੰ ਬਿਜਲਈ ਪੋਟੈਂਸ਼ੀਅਲ ਕਿਹਾ ਜਾਂਦਾ ਹੈ। ਇਹ ਊਰਜਾ ਬੈਟਰੀ ਜਾਂ ਸੈੱਲਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਪੋਟੈਂਸ਼ੀਅਲ ਡਿਫਰੈਂਸ ਜਾਂ ਪੋਟੈਂਸ਼ੀਅਲ ਅੰਤਰ ਨੂੰ ਵੋਲਟਮੀਟਰ ਦੇ ਨਾਲ ਮਾਪਿਆ ਜਾਂਦਾ ਹੈ। ਵੋਲਟਮੀਟਰ ਨੂੰ ਬਿਜਲਈ ਸਰਕਟ ਵਿੱਚ ਹਮੇਸ਼ਾ ਹੀ ਸਮਾਨਾਂਤਰ ਜੋੜਿਆ ਜਾਂਦਾ ਹੈ। ਪਿਆਰੇ ਬੱਚਿਓ, ਯਾਦ ਰੱਖਣਾ, ਬਿਜਲਈ ਸਰਕਟ ਵਿੱਚ 2 ਮੀਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਹੈ ਐਮੀਟਰ
ਅਤੇ ਦੂਸਰਾ ਵੋਲਟਮੀਟਰ। ਐਮੀਟਰ ਨੂੰ ਬਿਜਲਈ ਸਰਕਟ ਵਿੱਚ ਹਮੇਸ਼ਾ ਹੀ ਲੜੀ 'ਚ ਜੋੜਿਆ ਜਾਂਦਾ ਹੈ, ਜਦ ਕਿ ਵੋਲਟਮੀਟਰ ਨੂੰ ਹਮੇਸ਼ਾ ਹੀ ਚਾਲਕ ਦੇ ਸਮਾਨਾਂਤਰ ਜੋੜਿਆ ਜਾਂਦਾ ਹੈ। ਅਗਲਾ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਓਹਮ ਦਾ ਨਿਯਮ। ਪਿਆਰੇ ਬੱਚਿਓ, ਓਹਮ ਦੇ ਨਿਯਮ ਅਨੁਸਾਰ ਕਿਸੇ ਚਾਲਕ ਵਿੱਚੋਂ ਲੰਘਣ ਵਾਲਾ ਕਰੰਟ ਉਸ ਚਾਲਕ ਦੇ ਸਿਰਿਆਂ 'ਤੇ ਮੌਜੂਦ ਪੋਟੈਂਸ਼ੀਅਲ ਅੰਤਰ 'ਤੇ ਨਿਰਭਰ ਕਰਦਾ ਹੈ। ਜੇਕਰ ਭੌਤਿਕ ਹਾਲਤਾਂ ਜਿਵੇਂ ਤਾਪਮਾਨ ਵਗੈਰਾ ਸਥਿਰ ਰਹਿਣ, ਭਾਵ ਕਿ ਜੇਕਰ ਕਿਸੇ ਚਾਲਕ ਦੇ ਸਿਰਿਆਂ 'ਤੇ ਪੋਟੈਂਸ਼ੀਅਲ ਅੰਤਰ V ਹੋਵੇ ਅਤੇ ਉਸ ਵਿੱਚੋਂ I ਬਿਜਲਈ ਧਾਰਾ ਲੰਘ ਰਹੀ ਹੋਵੇ, ਤਾਂ V ਸਿੱਧਾ ਅਨੁਪਾਤੀ ਹੈ I ਦੇ, ਜਾਂ ਫਿਰ V ਬਰਾਬਰ ਹੈ IR, ਜਿੱਥੇ I ਇੱਕ ਸਥਿਰ ਅੰਕ ਹੈ ਜਿਸ ਨੂੰ ਚਾਲਕ ਦਾ ਪ੍ਰਤੀਰੋਧ ਵੀ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਪ੍ਰਤੀਰੋਧ ਤੋਂ ਭਾਵ ਅਜਿਹੀ ਖਮਤਾ ਤੋਂ ਹੈ ਜੋ ਉਸ ਵਿੱਚੋਂ ਲੰਘ ਰਹੇ ਚਾਰਜਾਂ ਨੂੰ ਰੋਕਦਾ ਹੈ। ਪ੍ਰਤੀਰੋਧ ਭਾਵ R ਦੀ SI ਇਕਾਈ ਓਹਮ ਹੈ। R ਬਰਾਬਰ ਹੈ V/I। ਇੱਕ ਓਹਮ ਪ੍ਰਤੀਰੋਧ ਤੋਂ ਭਾਵ ਅਜਿਹੇ ਚਾਲਕ ਦੇ ਪ੍ਰਤੀਰੋਧ ਤੋਂ ਹੈ ਜਿਸ ਦੇ ਸਿਰਿਆਂ 'ਤੇ ਪੋਟੈਂਸ਼ੀਅਲ ਅੰਤਰ 1 ਵੋਲਟ ਹੈ ਅਤੇ ਉਸ ਵਿੱਚੋਂ 1 ਐਂਪੀਅਰ ਬਿਜਲਈ ਧਾਰਾ ਲੰਘ ਰਹੀ ਹੋਵੇ। ਪਿਆਰੇ ਬੱਚਿਓ, ਤੁਹਾਨੂੰ ਬਿਜਲਈ ਚਾਲਕ ਅਤੇ ਬਿਜਲਈ ਰੋਧਕ ਦਾ ਪਤਾ ਹੈ। ਬਿਜਲਈ ਚਾਲਕ ਤੋਂ ਭਾਵ ਅਜਿਹੇ ਪਦਾਰਥਾਂ ਤੋਂ ਹੈ ਜਿਨ੍ਹਾਂ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋ ਸਕਦੀ ਹੈ। ਉਦਾਹਰਨ ਦੇ ਤੌਰ 'ਤੇ ਮੈਟਲਸ ਭਾਵ ਧਾਤਾਂ। ਚਾਲਕਾਂ ਵਿੱਚੋਂ ਸੁਤੰਤਰ ਇਲੈਕਟ੍ਰੋਨ ਹੁੰਦੇ ਹਨ, ਜਿਨ੍ਹਾਂ ਕਾਰਨ ਇਹਨਾਂ ਵਿੱਚੋਂ ਚਾਰਜ ਗੁਜ਼ਰ ਸਕਦੇ ਹਨ। ਪਰ ਕੁਝ ਹਾਲਤਾਂ ਵਿੱਚ ਕੁਝ ਰੋਧਕ ਵੀ ਭਾਵ ਕੁਚਾਲਕ ਵੀ ਚਾਲਕ ਬਣ ਜਾਂਦੇ ਹਨ। ਉਦਾਹਰਨ ਦੇ ਤੌਰ 'ਤੇ ਸ਼ੁੱਧ ਪੀਣ ਵਾਲਾ ਪਾਣੀ ਬਿਜਲੀ ਦਾ ਕੁਚਾਲਕ ਹੁੰਦਾ ਹੈ, ਭਾਵ ਉਸ ਵਿੱਚੋਂ ਕਰੰਟ ਨਹੀਂ ਲੰਘ ਸਕਦਾ। ਪਰੰਤੂ ਜੇਕਰ ਉਸ ਵਿੱਚ ਹਾਈਡਰੋਜਨ ਆਇਨ ਭਾਵ ਤੇਜ਼ਾਬ ਜਾਂ ਹਾਈਡਰੋਕਸਿਲ ਆਇਨ ਭਾਵ ਖਾਰ ਜਾਂ ਫਿਰ ਨਮਕ ਘੋਲ ਦਿੱਤਾ ਜਾਏ ਤਾਂ ਉਹ ਬਿਜਲੀ ਦਾ ਸੁਚਾਲਕ ਹੋ ਜਾਂਦਾ ਹੈ। ਇਸੇ ਤਰ੍ਹਾਂ ਸੁੱਕੀ ਲੱਕੜ ਬਿਜਲੀ ਦੀ ਕੁਚਾਲਕ ਹੈ, ਭਾਵ ਉਸ ਵਿੱਚੋਂ ਕਰੰਟ ਨਹੀਂ ਲੰਘ ਸਕਦਾ। ਪਰ ਜੇਕਰ ਲੱਕੜ ਗਿੱਲੀ ਹੋ ਜਾਏ ਤਾਂ ਉਸ ਵਿੱਚੋਂ ਕਰੰਟ ਲੰਘ ਸਕਦਾ ਹੈ। ਨਾਈਕ੍ਰੋਮ ਇੱਕ ਮਿਸ਼ਰਤ ਧਾਤ ਹੈ ਜੋ Ni ਭਾਵ ਨਿਕਲ, ਕ੍ਰੋ ਭਾਵ ਕ੍ਰੋਮੀਅਮ, M ਫॉर ਮੈਂਗਨੀਜ਼ ਅਤੇ ਲੋਹੇ ਦੀ ਅਲੋਏ ਭਾਵ ਮਿਸ਼ਰਤ ਧਾਤ ਹੈ। ਇਸ ਨਾਈਕ੍ਰੋਮ ਦਾ ਪ੍ਰਤੀਰੋਧ ਬਹੁਤ ਜ਼ਿਆਦਾ ਹੁੰਦਾ ਹੈ, ਇਸ ਲਈ ਨਾਈਕ੍ਰੋਮ ਦੀ ਤਾਰ ਨੂੰ ਬਿਜਲਈ ਹੀਟਰਾਂ ਵਿੱਚ ਵਰਤਿਆ ਜਾਂਦਾ ਹੈ। ਚਾਲਕ ਦਾ ਪ੍ਰਤੀਰੋਧ ਕਿਹਨਾਂ ਕਾਰਕਾਂ 'ਤੇ ਨਿਰਭਰ ਕਰਦਾ ਹੈ? ਪਿਆਰੇ ਬੱਚਿਓ, ਇਹ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਕਿਸੇ ਵੀ ਚਾਲਕ ਦਾ ਪ੍ਰਤੀਰੋਧ ਉਸ ਦੇ 2 ਕਾਰਕਾਂ 'ਤੇ ਨਿਰਭਰ ਕਰਦਾ ਹੈ, ਉਸ ਦੀ ਲੰਬਾਈ ਅਤੇ ਉਸ ਦੇ ਪਰਿਖੇਤਰ ਦੇ ਕਾਟ ਦਾ ਖੇਤਰਫਲ। ਜੇਕਰ ਕਿਸੇ ਚਾਲਕ ਦੀ ਲੰਬਾਈ L ਹੋਵੇ ਅਤੇ ਉਸ ਦੇ ਪਰਿਖੇਤਰ ਦੇ ਕਾਟ ਦਾ ਖੇਤਰਫਲ A ਹੋਵੇ ਤਾਂ ਸੂਤਰ ਅਨੁਸਾਰ ਚਾਲਕ ਦਾ ਪ੍ਰਤੀਰੋਧ ਉਸ ਦੀ ਲੰਬਾਈ 'ਤੇ ਸਿੱਧਾ ਨਿਰਭਰ ਕਰਦਾ ਹੈ। ਇਸ ਤੋਂ ਭਾਵ ਇਹ ਹੈ ਕਿ ਅਗਰ ਚਾਲਕ ਦੀ ਲੰਬਾਈ ਨੂੰ ਵਧਾ ਦਿੱਤਾ ਜਾਏ ਤਾਂ ਉਸ ਦਾ ਪ੍ਰਤੀਰੋਧ ਵੀ ਵੱਧ ਜਾਂਦਾ ਹੈ। ਜੇਕਰ ਉਸ ਦੀ ਲੰਬਾਈ ਨੂੰ ਦੁੱਗਣਾ ਕਰ ਦਿੱਤਾ ਜਾਏ ਤਾਂ ਉਸ ਦਾ ਪ੍ਰਤੀਰੋਧ ਵੀ ਦੁੱਗਣਾ ਹੋ ਜਾਂਦਾ ਹੈ। ਪਿਆਰੇ ਬੱਚਿਓ, ਕੰਪੀਟੀਸ਼ਨ ਦੇ ਵਿੱਚ ਭਾਵ NTSE PSTSE ਦੇ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਹਨ ਕਿ ਇੱਕ ਚਾਲਕ ਦੀ ਲੰਬਾਈ ਅੱਧੀ ਕਰ ਦਿੱਤੀ ਜਾਂਦੀ ਹੈ ਤਾਂ ਉਸ ਦੇ ਪ੍ਰਤੀਰੋਧ 'ਤੇ ਕੀ ਪ੍ਰਭਾਵ ਪੈਂਦਾ ਹੈ, ਜਾਂ ਫਿਰ ਜੇਕਰ ਕਿਸੇ ਚਾਲਕ ਦੀ ਲੰਬਾਈ ਨੂੰ ਦੁੱਗਣਾ ਜਾਂ ਤਿੱਗਣਾ ਕਰ ਦਿੱਤਾ ਜਾਏ ਤਾਂ ਉਸ ਦੇ ਪ੍ਰਤੀਰੋਧ ਉੱਪਰ ਕੀ ਪ੍ਰਭਾਵ ਪੈਂਦਾ ਹੈ। ਤਾਂ ਪਿਆਰੇ ਬੱਚਿਓ, ਚਾਲਕ ਦਾ ਪ੍ਰਤੀਰੋਧ ਉਸ ਦੀ ਲੰਬਾਈ 'ਤੇ
ਨਿਰਭਰ ਕਰਦਾ ਹੈ ਉਸ ਦੀ ਲੰਬਾਈ ਦੇ ਸਿੱਧਾ ਅਨੁਪਾਤੀ ਹੈ। ਲੰਬਾਈ ਦੇ ਵਧਣ ਦੇ ਨਾਲ ਪ੍ਰਤੀਰੋਧ ਵੱਧਦਾ ਹੈ ਅਤੇ ਲੰਬਾਈ ਦੇ ਘਟਣ ਦੇ ਨਾਲ ਚਾਲਕ ਦਾ ਪ੍ਰਤੀਰੋਧ ਘਟ ਜਾਂਦਾ ਹੈ। ਅਤੇ ਦੂਸਰਾ ਇਸ ਦੇ ਵਿੱਚ ਮੁੱਖ ਕਾਰਕ ਹੈ ਚਾਲਕ ਦੇ ਪਰਿਖੇਤਰ ਦਾ ਕਾਟ ਦਾ ਖੇਤਰਫਲ। ਚਾਲਕ ਦਾ ਪ੍ਰਤੀਰੋਧ ਉਸ ਦੇ ਪਰਿਖੇਤਰ ਦੇ ਕਾਟ ਦੇ ਖੇਤਰਫਲ ਦੇ ਉਲਟ ਅਨੁਪਾਤੀ ਹੈ। ਭਾਵ ਜੇਕਰ ਖੇਤਰਫਲ ਜ਼ਿਆਦਾ ਹੈ ਤਾਂ ਪ੍ਰਤੀਰੋਧ ਘੱਟ ਹੋਵੇਗਾ। ਤਾਂ ਇਸ ਤੋਂ ਸਿੱਟਾ ਇਹ ਨਿਕਲਦਾ ਹੈ ਕਿ R ਅਨੁਪਾਤੀ ਹੈ L/A ਦੇ, ਜਾਂ ਫਿਰ R ਬਰਾਬਰ ਹੈ ρ L/A, ਜਿੱਥੇ ρ ਇੱਕ ਸਥਿਰ ਅੰਕ ਹੈ। ਇਸ ਨੂੰ ਚਾਲਕ ਦੀ ਪ੍ਰਤੀਰੋਧਕਤਾ ਕਿਹਾ ਜਾਂਦਾ ਹੈ। ρ ਭਾਵ ਚਾਲਕ ਦੀ ਪ੍ਰਤੀਰੋਧਕਤਾ ਪਦਾਰਥ ਦਾ ਵਿਸ਼ੇਸ਼ ਗੁਣ ਹੈ। ਧਾਤਾਂ ਅਤੇ ਮਿਸ਼ਰਤ ਧਾਤਾਂ ਦੀ ਪ੍ਰਤੀਰੋਧਕਤਾ ਬਹੁਤ ਘੱਟ ਭਾਵ 10⁻⁸ ਓਹਮ ਮੀਟਰ ਤੋਂ 10⁻⁻6 ਓਹਮ ਮੀਟਰ ਹੁੰਦੀ ਹੈ। ਪਦਾਰਥ ਦਾ ਪ੍ਰਤੀਰੋਧ ਅਤੇ ਪ੍ਰਤੀਰੋਧਕਤਾ ਦੋਵੇਂ ਹੀ ਤਾਪਮਾਨ ਵਿੱਚ ਪਰਿਵਰਤਨ ਦੇ ਨਾਲ ਪਰਿਵਰਤਿਤ ਹੋ ਜਾਂਦੇ ਹਨ। ਪਿਆਰੇ ਬੱਚਿਓ, ਅਗਲਾ ਟੌਪਿਕ ਹੈ ਕਿ ਇਹਨਾਂ ਪ੍ਰਤੀਰੋਧਾਂ ਨੂੰ ਭਰਾਵ ਰੈਜ਼ਿਸਟੈਂਸ ਨੂੰ ਕਿਸੇ ਵੀ ਬਿਜਲਈ ਸਰਕਟ ਵਿੱਚ ਕਿਸ ਤਰ੍ਹਾਂ ਜੋੜਿਆ ਜਾਂਦਾ ਹੈ। ਇਹਨਾਂ ਪ੍ਰਤੀਰੋਧਾਂ ਭਰਾਵ ਰੈਜ਼ਿਸਟੈਂਸ ਨੂੰ ਸਰਕਟ ਵਿੱਚ ਦੋ ਤਰੀਕਿਆਂ ਦੇ ਨਾਲ ਜੋੜਿਆ ਜਾ ਸਕਦਾ ਹੈ। ਇੱਕ ਹੈ ਲੜੀਬੱਧ ਅਤੇ ਦੂਸਰਾ ਸਮਾਨਾਂਤਰ। ਜੇਕਰ ਪ੍ਰਤੀਰੋਧਾਂ ਨੂੰ ਕਿਸੇ ਵੀ ਬਿਜਲਈ ਸਰਕਟ ਵਿੱਚ ਲੜੀ ਵਿੱਚ ਜੋੜਿਆ ਜਾਂਦਾ ਹੈ ਤਾਂ ਇਹਨਾਂ ਦਾ ਸਮਤੁਲਕ ਭਾਵ ਕੁੱਲ ਪ੍ਰਤੀਰੋਧ ਸਾਰੇ ਪ੍ਰਤੀਰੋਧਾਂ ਦਾ ਜੋੜ ਦੇ ਬਰਾਬਰ ਹੋਵੇਗਾ। ਉਦਾਹਰਨ ਦੇ ਤੌਰ 'ਤੇ ਜੇਕਰ ਸਾਡੇ ਕੋਲ ਪ੍ਰਤੀਰੋਧ R1, R2, R3 ਇਸ ਤਰ੍ਹਾਂ ਬਹੁਤ ਸਾਰੇ ਪ੍ਰਤੀਰੋਧ ਹੋਣ ਅਤੇ ਇਹਨਾਂ ਸਾਰਿਆਂ ਨੂੰ ਲੜੀ ਵਿੱਚ ਜੋੜ ਦਿੱਤਾ ਜਾਏ ਤਾਂ ਇਹਨਾਂ ਸਾਰਿਆਂ ਦਾ ਪਰਿਣਾਮੀ ਪ੍ਰਤੀਰੋਧ R1 ਜਮਾ R2 ਜਮਾ R3 ਜਮਾ ਸੋਨ ਇਸੇ ਤਰ੍ਹਾਂ ਸਾਰੇ ਪ੍ਰਤੀਰੋਧਾਂ ਦੇ ਜੋੜ ਦੇ ਬਰਾਬਰ ਨਿਕਲੇਗਾ। ਉਦਾਹਰਨ ਦੇ ਤੌਰ 'ਤੇ ਜੇਕਰ ਸਾਡੇ ਕੋਲ R1 1 ਓਹਮ ਹੋਵੇ, R2 2 ਓਹਮ ਹੋਵੇ ਅਤੇ R3 3 ਓਹਮ ਹੋਵੇ ਤਾਂ ਇਹਨਾਂ ਨੂੰ ਲੜੀ ਵਿੱਚ ਜੋੜਿਆ ਹੋਵੇ ਤਾਂ ਪਰਿਣਾਮੀ ਪ੍ਰਤੀਰੋਧ ਜਾਂ ਸਮਤੁਲਕ ਪ੍ਰਤੀਰੋਧ ਬਰਾਬਰ ਹੋਏਗਾ 1 ਜਮਾ 2 ਜਮਾ 3 ਬਰਾਬਰ ਹੈ 6 ਓਹਮ ਦੇ। ਇਹਨਾਂ ਪ੍ਰਤੀਰੋਧਾਂ ਨੂੰ ਜੋੜਨ ਦੇ ਲਈ ਦੂਸਰਾ ਤਰੀਕਾ ਹੈ ਸਮਾਨਾਂਤਰ। ਤਾਂ ਜੇਕਰ ਇਹਨਾਂ ਪ੍ਰਤੀਰੋਧਾਂ ਨੂੰ ਰੈਜ਼ਿਸਟੈਂਸ ਨੂੰ ਸਮਾਨਾਂਤਰ ਜੋੜ ਦਿੱਤਾ ਜਾਏ ਤਾਂ ਸਮਤੁਲਕ ਪ੍ਰਤੀਰੋਧ ਹਮੇਸ਼ਾ ਹੀ ਘੱਟ ਨਿਕਲਦਾ ਹੈ, ਜਦਕਿ ਲੜੀ ਵਿੱਚ ਜੋੜਨ 'ਤੇ ਸਮਤੁਲਕ ਪ੍ਰਤੀਰੋਧ ਭਾਵ ਪਰਿਣਾਮੀ ਪ੍ਰਤੀਰੋਧ ਹਮੇਸ਼ਾ ਹੀ ਜ਼ਿਆਦਾ ਹੁੰਦਾ ਹੈ। ਜੇਕਰ ਸਮਾਨਾਂਤਰ ਜੋੜਿਆ ਜਾਂਦਾ ਹੈ ਤਾਂ ਇਹਨਾਂ ਵਿੱਚ ਪਰਿਣਾਮੀ ਪ੍ਰਤੀਰੋਧ ਹੋਵੇਗਾ 1/Rp ਬਰਾਬਰ 1/R1 ਜਮਾ 1/R2 ਜਮਾ 1/R3। ਇਸੇ ਤਰ੍ਹਾਂ ਸਾਰੇ ਹੀ ਪ੍ਰਤੀਰੋਧਾਂ ਨੂੰ 1/ ਪਾ ਕੇ ਜੋੜ ਕੇ ਉਹਨਾਂ ਦਾ ਐਲਸੀਐਮ ਲਘੁੱਤਮ ਲੈ ਕੇ ਸਾਰਿਆਂ ਨੂੰ ਜੋੜ ਦਿੱਤਾ ਜਾਏਗਾ। ਬਿਜਲਈ ਧਾਰਾ ਦੇ ਪ੍ਰਭਾਵ। ਪਿਆਰੇ ਬੱਚਿਓ, ਬਿਜਲਈ ਧਾਰਾ ਦੇ ਦੋ ਮੁੱਖ ਪ੍ਰਭਾਵ ਹੁੰਦੇ ਹਨ। ਇੱਕ ਹੈ ਤਾਪਨ ਪ੍ਰਭਾਵ। ਇਸ ਤੋਂ ਭਾਵ ਇਹ ਹੈ ਕਿ ਜਦੋਂ ਵੀ ਚਾਲਕ ਵਿੱਚੋਂ ਬਿਜਲਈ ਧਾਰਾ ਲੰਘਾਈ ਜਾਂਦੀ ਹੈ ਤਾਂ ਉਹ ਤਾਪ ਪੈਦਾ ਕਰਦੀ ਹੈ, ਭਾਵ ਗਰਮ ਹੋ ਜਾਂਦੀ ਹੈ। ਪਿਆਰੇ ਬੱਚੋ, ਇਹ ਐਗਜ਼ਾਮਪਲ ਤੁਸੀਂ ਘਰ ਵਿੱਚ ਵੀ ਦੇਖੀ ਹੋਵੇਗੀ। ਆਪਣੇ ਕੋਲ ਜਦੋਂ ਬੱਲਬ ਨੂੰ ਆਪਾਂ ਜਗਾਉਂਦੇ ਹਾਂ ਤਾਂ ਕੁਝ ਟਾਈਮ ਬਾਅਦ ਉਹ ਬੱਲਬ ਗਰਮ ਹੋ ਜਾਂਦਾ ਹੈ। ਇਸੇ ਤਰ੍ਹਾਂ ਘਰਾਂ ਦੇ ਵਿੱਚ ਪ੍ਰੈਸ ਹੈ, ਜਦੋਂ ਆਪਾਂ ਪ੍ਰੈਸ ਔਨ ਕਰਦੇ ਹਾਂ, ਚਲਾਉਂਦੇ ਹਾਂ ਤਾਂ ਪ੍ਰੈਸ ਥੋੜ੍ਹੇ ਟਾਈਮ ਬਾਅਦ ਗਰਮ ਹੋ ਜਾਂਦੀ ਹੈ। ਜਾਂ ਫਿਰ ਬਿਜਲੀ ਹੀਟਰ ਨੂੰ ਜਦੋਂ ਆਪਾਂ ਔਨ ਕਰਦੇ ਹਾਂ
ਤਾਂ ਕੁਝ ਸਮੇਂ ਬਾਅਦ ਉਹ ਗਰਮ ਹੋ ਜਾਂਦਾ ਹੈ, ਲਾਲ ਹੋ ਜਾਂਦਾ ਹੈ। ਦੂਸਰਾ ਬਿਜਲੀ ਦਾ, ਇਲੈਕਟ੍ਰੀਸਿਟੀ ਦਾ ਪ੍ਰਭਾਵ ਹੈ ਰੋਸ਼ਨੀ। ਜਦੋਂ ਬੱਲਬ ਨੂੰ ਜਗਾਉਂਦੇ ਹਾਂ ਤਾਂ ਉਹਦੇ ਨਾਲ ਰੋਸ਼ਨੀ ਵੀ ਪੈਦਾ ਹੁੰਦੀ ਹੈ। ਔਰ ਤੀਸਰਾ ਪ੍ਰਭਾਵ ਹੈ ਚੁੰਬਕੀ। ਜਦੋਂ ਕਿਸੇ ਚਾਲਕ ਵਿੱਚੋਂ ਕਰੰਟ ਨੂੰ, ਬਿਜਲੀ ਧਾਰਾ ਨੂੰ ਲੰਘਾਇਆ ਜਾਂਦਾ ਹੈ ਤਾਂ ਉਸ ਵਿੱਚ ਚੁੰਬਕੀ ਪ੍ਰਭਾਵ ਪੈਦਾ ਹੋ ਜਾਂਦਾ ਹੈ। ਇਸ ਨੂੰ ਅਸੀਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ। ਇਸ ਵੀਡੀਓ ਵਿੱਚ ਸਿਰਫ ਬਿਜਲੀ ਦੇ ਤਾਪਨ ਪ੍ਰਭਾਵ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਬਿਜਲੀ ਦਾ ਤਾਪਨ ਪ੍ਰਭਾਵ ਵਿੱਚ ਭਾਵ ਜਦੋਂ ਕਿਸੇ ਚਾਲਕ ਵਿੱਚੋਂ ਬਿਜਲੀ ਧਾਰਾ ਲੰਘਾਈ ਜਾਂਦੀ ਹੈ, ਬਿਜਲੀ ਧਾਰਾ ਨੂੰ ਅਸੀਂ I ਦੇ ਨਾਲ ਡਿਨੋਟ ਕਰਦੇ ਹਾਂ ਅਤੇ ਚਾਲਕ ਦੇ ਪ੍ਰਤੀਰੋਧ ਨੂੰ R ਦੇ ਨਾਲ ਡਿਨੋਟ ਕਰਦੇ ਹਾਂ ਅਤੇ ਉਸ ਵਿੱਚੋਂ ਜੋ ਊਰਜਾ, ਜੋ ਤਾਪ ਊਰਜਾ, ਜੋ ਊਸ਼ਮਾ, ਹੀਟ ਪੈਦਾ ਹੋਏਗੀ ਉਸ ਨੂੰ H ਨਾਲ ਡਿਨੋਟ ਕਰਦੇ ਹਾਂ। ਤਾਂ ਪੈਦਾ ਹੋਣ ਵਾਲੀ ਹੀਟ ਨੂੰ, ਤਾਪ ਨੂੰ ਮਾਪਿਆ ਜਾ ਸਕਦਾ ਹੈ ਇੱਕ ਸੂਤਰ ਅਨੁਸਾਰ। ਉਹ ਸੂਤਰ ਹੈ I²RT, ਜਿੱਥੇ I ਉਸ ਚਾਲਕ ਵਿੱਚੋਂ ਲੰਘ ਰਿਹਾ ਕਰੰਟ ਹੈ, ਬਿਜਲੀ ਧਾਰਾ ਹੈ, ਜਦ ਕਿ R ਉਸ ਚਾਲਕ ਦਾ ਪ੍ਰਤੀਰੋਧ ਹੈ ਅਤੇ T ਸਮਾਂ ਹੈ ਜਿਸ ਸਮੇਂ ਲਈ ਉਸ ਚਾਲਕ ਵਿੱਚੋਂ ਬਿਜਲੀ ਧਾਰਾ ਲੰਘਾਈ ਜਾਂਦੀ ਹੈ। ਇਸ ਸੂਤਰ ਤੋਂ ਪਿਆਰੇ ਬੱਚੋ ਕਲੀਅਰ ਹੈ ਕਿ ਜਿੰਨਾ ਜ਼ਿਆਦਾ ਪ੍ਰਤੀਰੋਧ ਹੋਵੇਗਾ ਉਨੀ ਜ਼ਿਆਦਾ ਤਾਪ ਊਰਜਾ ਪੈਦਾ ਹੋਵੇਗੀ। ਅਗਰ ਪ੍ਰਤੀਰੋਧ ਜ਼ਿਆਦਾ ਹੈ ਤਾਂ ਤਾਪ ਵੀ ਜ਼ਿਆਦਾ ਪੈਦਾ ਹੋਏਗਾ। ਇਸ ਲਈ ਬਿਜਲੀ ਹੀਟਰਾਂ ਵਗੈਰਾ ਦੇ ਵਿੱਚ ਨਾਈਕ੍ਰੋਮ ਦੀ ਤਾਰ ਨੂੰ ਵਰਤਿਆ ਜਾਂਦਾ ਹੈ, ਕਿਉਂਕਿ ਉਹਨਾਂ ਦਾ ਪ੍ਰਤੀਰੋਧ ਵੱਧ ਹੈ ਅਤੇ ਦੂਸਰਾ ਉਹਨਾਂ ਦਾ ਪਿਘਲਾਓ ਦਰਜਾ ਜ਼ਿਆਦਾ ਹੈ, ਉੱਚ ਹੈ, ਭਾਵ ਕਿ ਉਹਨਾਂ ਨੂੰ ਪਿਘਲਣ ਦੇ ਲਈ ਬਹੁਤ ਜ਼ਿਆਦਾ ਤਾਪਮਾਨ ਦੀ ਲੋੜ ਹੁੰਦੀ ਹੈ। ਔਰ ਦੂਸਰਾ ਪੈਦਾ ਹੋਣ ਵਾਲੀ ਤਾਪ ਜਾਂ ਹੀਟ ਉਸ ਵਿੱਚੋਂ ਲੰਘਣ ਵਾਲੇ ਕਰੰਟ 'ਤੇ ਵੀ ਨਿਰਭਰ ਕਰਦੀ ਹੈ। ਅਗਰ ਕਰੰਟ, ਬਿਜਲੀ ਧਾਰਾ ਥੋੜ੍ਹੇ ਸਮੇਂ ਦੇ ਲਈ ਕਿਸੇ ਚਾਲਕ ਵਿੱਚੋਂ ਲੰਘਾਈ ਜਾਂਦੀ ਹੈ ਤਾਂ ਉਸ ਵਿੱਚ ਪੈਦਾ ਹੋਣ ਵਾਲੀ ਹੀਟ ਜਾਂ ਤਾਪ ਵੀ ਘੱਟ ਹੋਏਗੀ। ਪਿਆਰੇ ਬੱਚੋ, ਕੰਪੀਟੀਸ਼ਨ ਦੇ ਲਈ ਇੱਕ ਬੜਾ ਹੀ ਇੰਪੋਰਟੈਂਟ ਹੋਰ ਕੁਐਸਚਨ ਹੈ ਕਿ ਬਿਜਲੀ ਦਾ ਬੱਲਬ ਕਿਸ ਐਲੀਮੈਂਟ ਤੋਂ ਮਿਲ ਕੇ ਬਣਿਆ ਹੁੰਦਾ ਹੈ। ਪਿਆਰੇ ਬੱਚੋ, ਬਿਜਲੀ ਦਾ ਬੱਲਬ ਦਾ ਜੋ ਫਿਲਾਮੈਂਟ ਹੈ, ਜੋ ਤੰਤੂ ਹੈ, ਟੰਗਸਟਨ ਐਲੀਮੈਂਟ ਤੋਂ ਮਿਲ ਕੇ ਬਣਿਆ ਹੁੰਦਾ ਹੈ, ਜਿਸ ਦਾ ਮੈਲਟਿੰਗ ਪੁਆਇੰਟ, ਪਿਘਲਾਓ ਅੰਕ 3380 ਭਾਵ 3380 ਡਿਗਰੀ ਸੈਲਸੀਅਸ ਹੈ। ਭਾਵ ਇਸ ਨੂੰ ਪਿਘਲਣ ਦੇ ਲਈ ਬਹੁਤ ਹੀ ਜ਼ਿਆਦਾ ਤਾਪ ਦੀ ਜਾਂ ਊਰਜਾ ਦੀ ਲੋੜ ਪੈਂਦੀ ਹੈ। ਦੂਸਰਾ ਇੱਕ ਹੋਰ ਇੰਪੋਰਟੈਂਟ ਕੁਐਸਚਨ ਹੈ ਕਿ ਬਲਬਾਂ ਦੇ ਵਿੱਚ ਕਿਹੜੀਆਂ ਗੈਸਾਂ ਨੂੰ ਭਰਿਆ ਜਾਂਦਾ ਹੈ। ਬਲਬ ਵਿੱਚ ਪਿਆਰੇ ਬੱਚਿਓ ਅਕਿਰਿਆਸ਼ੀਲ ਭਾਵ ਅਜਿਹੀਆਂ ਗੈਸਾਂ ਨੂੰ ਭਰਿਆ ਜਾਂਦਾ ਹੈ ਜੋ ਕਿਰਿਆ ਨਹੀਂ ਕਰਦੀਆਂ, ਅਤੇ ਇਹ ਗੈਸਾਂ ਹਨ ਨਾਈਟ੍ਰੋਜਨ ਅਤੇ ਆਰਗਨ ਗੈਸ। ਬੱਚਿਓ ਯਾਦ ਰੱਖਣਾ ਇਸ ਨੂੰ ਕਿ ਬਲਬ ਵਿੱਚ ਆਰਗਨ ਅਤੇ ਨਾਈਟ੍ਰੋਜਨ ਗੈਸ ਨੂੰ ਭਰਿਆ ਜਾਂਦਾ ਹੈ। ਅਗਲਾ ਪੁਆਇੰਟ ਹੈ ਰਾਜੇ ਇਸ ਵਿੱਚ ਫਿਊਜ਼। ਪਿਆਰੇ ਬੱਚਿਓ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਘਰਾਂ ਦੇ ਵਿੱਚ ਫਿਊਜ਼ ਲਗਾਏ ਜਾਂਦੇ ਹਨ। ਹੁਣ ਟਾਈਮ MCB ਦਾ ਆ ਗਿਆ। MCB ਭਾਵ ਮਲਟੀਪਲ ਸਰਕਟ ਬ੍ਰੇਕਰ। MCB ਅਤੇ ਫਿਊਜ਼ ਦੋਨਾਂ ਦਾ ਸੇਮ ਕੰਮ ਹੈ। ਇਹ ਸੇਫਟੀ ਡਿਵਾਈਸਿਸ ਹਨ। ਇਹ ਘਰ ਵਿੱਚ ਵੱਧ ਊਰਜਾ ਆਉਣ 'ਤੇ ਬਿਜਲਈ ਸਰਕਟ ਨੂੰ ਤੋੜ ਦਿੰਦੇ ਹਨ ਤਾਂ ਕਿ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ। ਸ਼ਾਰਟ ਸਰਕਟ ਤੋਂ ਬਚਾਉਣ ਦੇ ਲਈ ਵੀ ਫਿਊਜ਼ ਅਤੇ MCB ਭਾਵ ਮਲਟੀਪਲ ਸਰਕਟ ਬ੍ਰੇਕਰ ਦੀ ਵਰਤੋਂ ਕੀਤੀ ਜਾਂਦੀ ਹੈ। ਫਿਊਜ਼ ਮਿਸ਼ਰਤ ਧਾਤਾਂ ਐਲੂਮੀਨੀਅਮ, ਕਾਪਰ, ਆਇਰਨ, ਲੈਡ ਆਦਿ ਦਾ ਬਣਿਆ ਹੁੰਦਾ ਹੈ। ਉਸ ਤੋਂ ਬਾਅਦ ਹੈ ਬਿਜਲਈ ਸ਼ਕਤੀ। ਬਿਜਲਈ ਸ਼ਕਤੀ ਤੋਂ ਭਾਵ ਬਿਜਲਈ ਸਰਕਟ ਵਿੱਚ ਖਪਤ ਜਾਂ ਲੁਪਤ ਜਾਂ ਫਿਰ ਪੈਦਾ ਹੋਣ ਵਾਲੀ ਬਿਜਲੀ ਊਰਜਾ ਦੀ ਦਰ ਤੋਂ ਹੈ। ਇਸ ਦਾ ਸੂਤਰ ਹੈ P ਬਰਾਬਰ ਹੈ VI, ਜਿੱਥੇ P ਬਿਜਲਈ ਸ਼ਕਤੀ ਹੈ, V ਪੋਟੈਂਸ਼ੀਅਲ ਅੰਤਰ ਹੈ ਅਤੇ I ਬਿਜਲੀ ਧਾਰਾ ਹੈ। ਜੇਕਰ ਓਹਮ ਦੇ ਨਿਯਮ ਅਨੁਸਾਰ V ਦੀ ਵੈਲਿਊ IR ਭਰ ਦਿੱਤੀ ਜਾਏ
ਤਾਂ P ਦਾ ਇੱਕ ਹੋਰ ਸੂਤਰ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਹੈ I²R। ਇਸੇ ਤਰ੍ਹਾਂ ਅਗਰ I ਦੀ ਵੈਲਿਊ V/R ਭਰ ਦਿੱਤੀ ਜਾਏ ਤਾਂ ਸਾਡੇ ਕੋਲ ਬਿਜਲਈ ਸ਼ਕਤੀ ਦਾ ਇੱਕ ਸੂਤਰ ਪ੍ਰਾਪਤ ਹੁੰਦਾ ਹੈ, ਉਹ ਹੈ V²/R। ਬਿਜਲਈ ਸ਼ਕਤੀ ਦੀ SI ਇਕਾਈ ਵਾਟ ਹੈ ਅਤੇ ਇਸ ਦੀ ਵੱਡੀ ਇਕਾਈ ਕਿਲੋਵਾਟ ਹੈ। 1 ਕਿਲੋਵਾਟ ਘੰਟਾ, ਇਸ ਨੂੰ ਇੱਕ ਯੂਨਿਟ ਜਾਂ ਇੱਕ ਇਕਾਈ ਵੀ ਕਿਹਾ ਜਾਂਦਾ ਹੈ। 1 ਕਿਲੋਵਾਟ ਘੰਟੇ ਵਿੱਚ ਕਿੰਨੇ ਜੂਲ ਹੁੰਦੇ ਹਨ? ਇਹ ਵੀ ਪਿਆਰੇ ਬੱਚਿਓ ਇੱਕ ਆਸਾਨ ਅਤੇ ਇੰਪੋਰਟੈਂਟ ਕੁਐਸਚਨ ਹੈ। 1 ਕਿਲੋਵਾਟ ਘੰਟੇ ਦੇ ਵਿੱਚ ਅਗਰ ਤਾਂ ਜੂਲ ਤੁਸੀਂ ਯਾਦ ਕਰ ਸਕਦੇ ਹੋ ਵੀ 3.6 × 10⁶ ਜੂਲ ਹੁੰਦੇ ਹਨ ਤਾਂ ਸਭ ਤੋਂ ਵਧੀਆ। ਅਗਰ ਤੁਹਾਨੂੰ ਇਹ ਇਕਾਈ ਭੁੱਲ ਜਾਂਦੀ ਹੈ ਤਾਂ ਇਸ ਨੂੰ ਤੁਸੀਂ ਕਨਵਰਸ਼ਨ ਮੈਥਡ ਦੇ ਨਾਲ ਵੀ ਯਾਦ ਕਰ ਸਕਦੇ ਹਾਂ। 1 ਕਿਲੋ ਤੋਂ ਭਾਵ 1000 ਤੋਂ ਹੈ। ਜਦੋਂ ਵੀ 1 ਕਿਲੋ ਆਏਗਾ, ਚਾਹੇ ਕਿਲੋਗ੍ਰਾਮ ਹੈ ਚਾਹੇ ਕਿਲੋਮੀਟਰ ਹੈ, ਤਾਂ ਉਸ ਦਾ ਮਤਲਬ 1000 ਤੋਂ ਹੁੰਦਾ ਹੈ। ਅਗਰ ਅਸੀਂ ਸ਼ਬਦ 1 ਕਿਲੋਗ੍ਰਾਮ ਵਰਤਦੇ ਹਾਂ ਤਾਂ ਉਸ ਤੋਂ ਭਾਵ 1000 ਗ੍ਰਾਮ ਤੋਂ ਹੈ। ਅਗਰ ਸ਼ਬਦ 1 ਕਿਲੋਮੀਟਰ ਵਰਤਦੇ ਹਾਂ ਤਾਂ ਉਸ ਦਾ ਮਤਲਬ ਹੈ 1000 ਮੀਟਰ। ਇੱਥੇ 1 ਕਿਲੋ ਵਾਟ ਮਤਲਬ 1000 ਵਾਟ, ਤਾਂ ਅਸੀਂ 1000 ਲਿਖਾਂਗੇ ਗੁਣਾ ਜੋ ਇਹਦੇ 'ਚ ਘੰਟਾ ਦਿੱਤਾ ਹੋਇਆ ਹੈ ਉਸ ਸਮੇਂ ਨੂੰ ਅਸੀਂ ਸੈਕਿੰਡ ਦੇ ਵਿੱਚ ਬਦਲਾਂਗੇ। 1 ਘੰਟੇ ਦੇ ਵਿੱਚ 60 ਮਿੰਟ ਹੁੰਦੇ ਆ ਔਰ 60 ਮਿੰਟਾਂ ਦੇ ਵਿੱਚ ਹਰੇਕ ਮਿੰਟ ਦੇ ਵਿੱਚ 60 ਸੈਕਿੰਡ ਹੁੰਦੇ ਆ। ਇਸ ਤੋਂ ਭਾਵ ਕਿ 1 ਘੰਟੇ ਦੇ ਵਿੱਚ 3600 ਸੈਕਿੰਡ ਹੋ ਗਏ। ਤਾਂ 1000 ਨੂੰ 3600 ਦੇ ਨਾਲ ਅਸੀਂ ਗੁਣਾ ਕਰਾਂਗੇ ਤਾਂ ਇਹ ਬਣ ਜਾਏਗਾ 3.6 × 10⁶ ਜੂਲ। ਉਮੀਦ ਹੈ ਪਿਆਰੇ ਬੱਚਿਓ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਇਹ ਤੁਹਾਡੇ NTSC, PSTSC ਅਤੇ ਹੋਣ ਵਾਲੇ ਪੈਸ ਦੇ ਐਗਜ਼ਾਮ ਅਤੇ ਫਾਈਨਲ ਐਗਜ਼ਾਮ ਦੇ ਵਿੱਚ ਮਦਦ ਕਰੇਗੀ। ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।